बड़े बड़े घोटाले सामने आ गए। श्री गुरु ग्रंथ साहिब जी के 667 स्वरूप गायब हो गए। श्रोमणी कमेटी एक कौम के मत्थे ते बदनुमा दाग लगन वाली गल। ये ग्रंथी सिंघां तो ही साडी जिहड़ी संस्था की आरंभता हुई है। ये पंक्ति गुरबाणी की है, तैंकी दर्दन आया सेवा संस्था। जदों बाबर चढ़ के आया सी एमनाबाद ते, गुरु नानक साहिब जी ने परमात्मा नूं मिठा उलांभा दिता सी कि एती मार पई कुरलाणे तैंकी दर्द ना आया। ਅਸੀਂ ਜੇ ਸ਼੍ਰੋਮਣੀ ਕਮੇਟੀ ਵੱਲ ਵੇਂਦੇ ਰਹੇ ਜਾਂ ਵੱਡੀਆਂ ਜਥੇਬੰਦੀਆਂ ਵੱਲ ਵੇਂਦੇ ਰਹੇ ਤੇ ਹੋਰ ਕਈ ਭਾਈ ਬਲਵਿੰਦਰ ਸਿੰਘ ਵਰਗੇ ਇਲਾਜ ਦੁੱਖੋਂ ਮਰ ਜਾਣਗੇ ਤੇ ਇੱਕ ਸਵਾਲ ਛੱਡ ਜਾਣਗੇ ਦੁਨੀਆ ਦੇ ਉੱਤੇ ਕਿ ਇਹ ਗੁਰੂ ਕੇ ਪਾਠੀ ਸਿੰਘ ਦੀ, ਬਾਬਾ ਬੁੱਢਾ ਸਾਹਿਬ ਦੇ ਵਾਰਸ ਦੀ ਇਹ ਜ਼ਿੰਦਗੀ ਹੈ। ਆਲੀ ਸਾਹਿਬ ਨੂੰ ਮੈਂ ਬਹੁਤ ਫੋਨ ਕੀਤਾ, ਮੈਂ ਕਿਹਾ ਜੀ ਬਲਵਿੰਦਰ ਸਿੰਘ ਇਹਦਾ ਪਾਠੀ ਹੈ, ਧੀ ਤੇ ਇਹਦਾ ਬੇਟਾ ਹੈ, ਉਹਦਾ ਇਲਾਜ ਗੁਰੂ ਰਾਮਦਾਸ ਹਸਪੀਟਲ ਕਰਾ ਦਿਓ, ਡਾਕਟਰ ਏਪੀ ਸਿੰਘ ਨੂੰ ਫੋਨ ਕਰ ਦਿਓ। ਮੈਨੂੰ ਆਲੀ ਸਾਹਿਬ ਕਹਿੰਦੇ ਵੀ ਏਪੀ ਸਿੰਘ ਨੇ ਕਿਹੜੀ ਸਾਡੀ ਮੰਨਣੀ ਹੈ। ਮੈਂ ਕਿਹਾ ਤੁਹਾਡੀ ਨਹੀਂ ਮੰਨਦੇ ਤੇ ਸ਼੍ਰੋਮਣੀ ਕਮੇਟੀ ਦੇ ਤੁਸੀਂ ਮੁਖੀ ਹੋ, ਤੁਸੀਂ ਪੀਏ ਹੋ ਪ੍ਰਧਾਨ ਸਾਹਿਬ ਦੇ, ਤੇ ਪੀਏ ਕੋਲ ਪ੍ਰਧਾਨ ਜਿੰਨੀ ਪਾਵਰ ਹੁੰਦੀ ਹੈ ਤੇ ਫਿਰ ਮੰਨਣੀ ਕਿਹਦੀ ਹੈ। ਉਹ ਪਾਠੀ ਇਲਾਜ ਦੁੱਖੋਂ ਮਰ ਗਿਆ। ਸਤਿ ਸ਼੍ਰੀ ਅਕਾਲ। ਪ੍ਰਾਈਮ ਉਹਦੇ ਵੇਖੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਜੀਤ ਸਿੰਘ। ਦਰਸ਼ਕੋ, ਅੱਜ ਤੁਹਾਨੂੰ ਲੈ ਕੇ ਆਏ ਹਾਂ ਸਰਹੱਦੀ ਤਹਿਸੀਲ ਅਜਨਾਲਾ ਵਿੱਚ, ਅਜਨਾਲਾ ਦੇ ਇੱਕ ਪਿੰਡ ਵਿੱਚ, ਪਿੰਡ ਪੰਜਗਰੇ ਨਿਜਰਾ ਵਿੱਚ। ਜਿਵੇਂ ਕਿ ਤੁਸੀਂ ਪਹਿਲਾਂ ਵੇਖ ਚੁੱਕੇ ਹੋ, ਸਾਡੇ ਪ੍ਰਾਈਮ ਉਹਦੇ ਤੇ ਸਾਡੀ ਸਟੋਰੀ ਚੱਲੀ ਸੀ। ਇੱਕ ਪਾਠੀ ਮੁਖਤਾਰ ਸਿੰਘ ਦੇ ਨਾਲ ਅਸੀਂ ਗੱਲਬਾਤ ਕਰਵਾਈ ਸੀ, ਜਿਹੜੇ ਕਿ ਬੜੀ ਗੁਰਬਤ ਦੀ ਹਾਲਤ ਬਤੀਤ ਕਰ ਰਹੇ ਨੇ, ਕਿਉਂਕਿ ਪਿਛਲੇ 2 ਸਾਲ ਤੋਂ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਉਹ ਬੜੇ ਮਾੜੇ ਹਾਲਾਤਾਂ ਵਿੱਚ ਜਿਹੜੀ ਜ਼ਿੰਦਗੀ ਬਤੀਤ ਕਰ ਰਹੇ ਨੇ। ਉਸ ਦੇ ਚੱਲਦਿਆਂ ਹੀ ਅੱਜ ਉਹਨਾਂ ਦੇ ਘਰ ਜਿਹੜਾ ਵਾ ਬੋਰ ਹੋਣਾ ਸ਼ੁਰੂ ਹੋ ਗਿਆ ਵਾ, ਜਿੱਥੇ ਕਿ ਸਾਡੀ ਖਬਰ ਨੂੰ ਵੇਖਦੇ ਹੋਏ ਭਾਈ ਭੁਪਿੰਦਰ ਸਿੰਘ ਜੀ ਜਿਹੜੇ ਅੰਮ੍ਰਿਤਸਰ ਵਾਲੇ ਨੇ ਪਹੁੰਚੇ ਸੀਗੇ ਅਤੇ ਉਹਨਾਂ ਨੇ ਆਣ ਕੇ ਜਿਹੜੀ ਇਹ ਸੇਵਾ ਸੰਭਾਲ ਦਾ ਜਿਹੜਾ ਸਾਰਾ ਜੁੰਮਾ ਲਿਆ ਸੀ। ਉਸ ਦੇ ਚੱਲਦਿਆਂ ਹੀ ਅੱਜ ਭਾਈ ਭੁਪਿੰਦਰ ਸਿੰਘ ਜੀ ਖਾਲਸਾ ਸਾਡੇ ਨਾਲ ਮੌਜੂਦ ਨੇ। ਅਸੀਂ ਉਹਨਾਂ ਦੇ ਭਾਈ ਮੁਖਤਾਰ ਸਿੰਘ ਜੀ ਦੇ ਘਰ ਗ੍ਰਹਿ ਵਿਖੇ ਅੱਜ ਪਹੁੰਚੇ ਹਾਂ ਤੇ ਭਾਈ ਭੁਪਿੰਦਰ ਸਿੰਘ ਜੀ ਖਾਲਸਾ ਵੀ ਜਿਹੜੇ ਅੱਜ ਪਹੁੰਚੇ ਹੋਏ ਨੇ। ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਦੀ ਜਿਹੜੀ ਸੇਵਾ ਵਾ ਉਹ ਕਿਸ ਤਰੀਕੇ ਨਾਲ ਅਤੇ ਕਿਸ ਮਨਸੂਬੇ ਨਾਲ ਜਿਹੜੀ ਕੀਤੀ ਜਾ ਰਹੀ ਹੈ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਅੱਜ ਜਿਹੜੀ ਤੁਸੀਂ ਸੇਵਾ ਸ਼ੁਰੂ ਕੀਤੀ ਹੈ, ਜਿੱਦਾਂ ਕਿ ਤੁਸੀਂ ਪਹਿਲਾਂ ਵੀ ਤੁਹਾਡੇ ਨਾਲ ਅਸੀਂ ਗੱਲ ਕਰ ਚੁੱਕੇ ਆ, ਸਾਡੇ ਪ੍ਰਾਈਮ ਉਹਦੇ ਤੇ ਤੁਸੀਂ ਆਏ ਸੀ, ਪਹਿਲਾਂ ਵੀ ਤੁਹਾਡੀ ਅਸੀਂ ਇੰਟਰਵਿਊ ਕੀਤੀ ਸੀ ਕਿ ਤੁਸੀਂ ਭਾਈ ਮੁਖਤਾਰ ਸਿੰਘ ਜੀ ਦਾ ਜਿਹੜਾ ਜੁਮਾ ਲਿਆ ਸੀ ਕਿ ਅਸੀਂ ਸਾਰਾ ਘਰ-ਬਾਰ ਬਣਾ ਕੇ ਦੇਵਾਂਗੇ। ਉਸ ਤਰੀਕੇ ਨਾਲ ਚੱਲਦੇ ਹਾਂ ਅੱਜ ਤੁਹਾਡੀ ਜਿਹੜੀ ਸੇਵਾ ਵਾ ਤੁਸੀਂ ਬੋਰ ਦੀ ਸ਼ੁਰੂ ਕਰਾ ਦਿੱਤੀ ਹੈ, ਤੇ ਕਿੱਦਾਂ ਦਾ ਮਹਿਸੂਸ ਕਰ ਰਹੇ? ਬੜੀ ਇੱਕ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ, ਕਿਸੇ ਦੀ ਖੁਸ਼ੀ ਕਰਕੇ, ਇੱਕ ਸੇਵਾ ਕਰਕੇ, ਜਿਹੜੀ ਮਦਦ ਕਰਕੇ ਜੋ ਖੁਸ਼ੀ ਮਹਿਸੂਸ ਹੁੰਦੀ ਹੈ ਨਾ, ਉਹ ਦਾਸ ਨੂੰ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਪਾਣੀ ਤੋਂ ਵੀ ਆਤਰ ਸੀ, ਪਾਣੀ ਸਰਕਾਰੀ ਕਦੀ ਆ ਜਾਂਦਾ ਸੀ, ਕਦੀ ਨਹੀਂ ਸੀ ਆਉਂਦਾ, ਤੇ ਬੜਾ ਮੁਸ਼ਕਲ ਸੀ ਨੌਜਵਾਨ ਬੇਟੀ ਵਾਸਤੇ ਵੀ, ਪਰਿਵਾਰ ਵਾਸਤੇ ਵੀ, ਭਾਈ ਮੁਖਤਾਰ ਸਿੰਘ ਵਾਸਤੇ ਵੀ। ਤੇ ਬੋਰ ਦੀ ਸੇਵਾ ਅੱਜ ਅਸੀਂ, ਕਿਉਂਕਿ ਸਰਹੱਦੀ ਇਲਾਕਾ ਹੈ, 300 ਫੁੱਟ ਦੇ ਕਰੀਬ ਬੋਰ ਹੋਣਾ ਹੈ, 4-5 ਦਿਨ ਲੱਗਣੇ ਨੇ। ਬੋਰ ਦੀ ਸੇਵਾ ਸੰਗਤਾਂ ਦੇ ਸਹਿਯੋਗ ਸਦਕਾ ਸ਼ੁਰੂ ਹੋ ਚੁੱਕੀ ਹੈ। ਹਾਂਜੀ। ਤੇ ਭਾਈ ਸਾਹਿਬ ਜੀ, ਬੋਰ ਦੇ ਨਾਲ ਨਾਲ ਜਿਹੜਾ ਆਪਾਂ ਇਹ ਕਿੰਨਾ ਕੁ ਖਰਚਾ ਲੱਗਣਾ ਹੈ, ਜਿਹੜੀ ਆਪਾਂ ਸਾਰੀ ਲਾਗਤ ਜਿਹੜੀ ਸਾਡੀ ਲੱਗਣੀ ਹੈ ਜੀ, ਜਿਹੜਾ ਤੁਸੀਂ ਮਕਾਨ ਵੀ ਸ਼ੁਰੂ ਕਰੋਗੇ ਨਾਲ ਦਾ? ਮਕਾਨ ਵੇਖੋ ਜੀ, ਅਸੀਂ ਪਹਿਲਾਂ ਤੇ ਜਗ੍ਹਾ 4-4 4.5 ਫੁੱਟ ਭਰਤੀ ਪੈਣੀ ਹੈ, ਮਿੱਟੀ ਪੈਣੀ ਹੈ। ਨੀਹਾਂ ਭਰ ਕੇ ਅਸੀਂ ਮਿੱਟੀ ਪਾਵਾਂਗੇ, ਭਰਤੀ ਪਾਵਾਂਗੇ, 60-70 ਟਰਾਲੀਆਂ ਦੇ ਕਰੀਬ ਮਿੱਟੀ ਪੈਣੀ, ਵੱਧ ਵੀ ਪੈ ਸਕਦੀ ਹੈ। ਤੇ ਨੀਹਾਂ ਭਰਾਂਗੇ ਅਸੀਂ, ਜਿਵੇਂ ਸੰਗਤਾਂ ਦਾ ਸਹਿਯੋਗ ਮਿਲਦਾ ਜਾਵੇਗਾ। ਖਰਚਾ ਤਾਂ ਲਗਭਗ 6-7 ਲੱਖ, 7.5-8 ਲੱਖ ਰੁਪਏ ਦਾ ਖਰਚਾ ਜੇ ਅਸੀਂ ਪੂਰਾ ਕੰਪਲੀਟ ਘਰ ਬਣਾ ਕੇ ਦੇਵਾਂਗੇ। ਪਰ ਸੰਸਥਾ ਦਾ ਹੁੰਦਾ ਹੈ ਕਿ ਇੱਕ ਵਾਰੀ ਇੱਕ ਕਮਰੇ ਨੂੰ ਅਸੀਂ ਵਾਅਦਾ ਕਰਦੇ ਹਾਂ ਕਿ ਕਮਰਾ ਅਸੀਂ ਬਣਾ ਕੇ ਸੰਗਤਾਂ ਦੇ ਸਹਿਯੋਗ ਸੰਗਤਾਂ ਸਹਿਯੋਗ ਦੇਈ ਜਾਣਗੀਆਂ ਤੇ ਭਾਈ ਮੁਖਤਾਰ ਸਿੰਘ ਦੇ 2 ਕਮਰੇ, ਟੋਇਲਟ, ਬਾਥਰੂਮ, ਰਸੋਈ ਵਗੈਰਾ ਸਾਰੀ ਤਿਆਰ ਕਰਕੇ, ਕੰਪਲੀਟ ਤਿਆਰ ਕਰਕੇ ਇਹਦੇ ਵਿੱਚ ਸੰਗਤਾਂ ਦੇ ਸਹਿਯੋਗ ਸਦਕਾ ਸਾਰੇ ਕਾਰਜ ਹੋਣੇ ਨੇ। ਸੰਸਥਾ ਆਪਣੇ ਕੋਲੋਂ ਕੁਝ ਨਹੀਂ ਕਰ ਰਹੀ, ਨਾ ਸੰਸਥਾ ਤਾਂ ਕੇਵਲ ਸੰਗਤਾਂ ਦੇ ਸਹਿਯੋਗ ਸਦਕਾ ਜਿੰਨੀਆਂ ਵੀ ਚੱਲਦੀਆਂ ਨੇ, ਦੇਸ਼ ਵਿਦੇਸ਼ ਦੀਆਂ NRI ਵੀਰਾਂ ਦੇ, ਹੋਰ ਵੀਰਾਂ ਦੇ ਸਹਿਯੋਗ ਸਦਕਾ ਸੰਗਤ ਚੱਲਦੀ ਹੈ, ਸੰਸਥਾ ਚੱਲਦੀ ਹੈ। ਭਾਈ ਸਾਹਿਬ ਜੀ, ਕਿੱਦਾਂ ਤੁਹਾਡੇ ਮਨ 'ਚ ਵਿਚਾਰ ਆਇਆ ਕਿ ਜਿਹੜੀ ਆਪਾਂ ਇਹ ਗ੍ਰੰਥੀ ਸਿੰਘਾਂ ਦੀ, ਪਾਠੀ ਸਿੰਘਾਂ ਦੀ ਸੇਵਾ ਕੀਤੀ ਜਾਵੇ? ਕਿਉਂਕਿ ਮੈਂ ਖੁਦ ਪਾਠੀ ਇੱਕ ਰਿਹਾ ਹੈ। ਮੈਂ ਲਗਭਗ 90 ਤੋਂ ਅਖੰਡ ਪਾਠ ਸਾਹਿਬ ਦੀ ਸੇਵਾਵਾਂ ਪਿੰਡਾਂ ਵਿੱਚ ਨਿਭਾਉਂਦਾ ਆ ਰਿਹਾ। ਜਿਹੜੀ ਜ਼ਿੰਦਗੀ ਅੱਜ ਭੋਗ ਰਹੇ ਨੇ ਸਾਡੇ ਪਾਠੀ ਸਿੰਘ ਗੁਰਬਤ ਦੀ, ਇਹ ਜ਼ਿੰਦਗੀ ਮੈਂ ਭੋਗ ਕੇ ਆਇਆ। ਇਹ ਮੈਂ ਸਾਰਾ ਆਪਣੇ ਸੰਤਾਪ ਪਿੰਡੇ ਤੇ ਹੰਢਾ ਕੇ ਆਇਆ, ਤਾਂ ਕਰਕੇ ਕਿਉਂਕਿ ਇੱਕ ਦਿਨ ਅਸੀਂ, ਅੱਜ ਤੋਂ 3.5 ਸਾਲ ਪਹਿਲਾਂ ਦੀ ਗੱਲ ਹੈ, ਮੈਂ ਤੇ ਮੇਰਾ ਬੇਟਾ ਜਾ ਰਹੇ ਸੀ ਕਿਤੇ ਬਾਈਕ ਤੇ। ਰਸਤੇ ਵਿੱਚ ਇੱਕ ਡੇਰਿਆਂ ਦਾ ਗੁਰਦੁਆਰਾ ਸੀ, ਤੇ ਗੁਰਦੁਆਰਾ ਸਾਹਿਬ ਨੂੰ ਕੋਈ ਗੇਟ ਨਹੀਂ ਸੀ ਜਿਸ ਰਸਤੇ ਅਸੀਂ ਲੰਘ ਰਹੇ ਸੀ, ਤੇ ਉਹ ਇੱਕ ਟਰਾਈਸਾਈਕਲ ਲੱਗਾ ਸੀ ਉੱਥੇ, ਹਨਾ। ਮੈਂ ਵੇਖਿਆ ਕਿ ਕੋਈ ਗ੍ਰੰਥੀ ਵਿਚਾਰਾ ਹੈ ਤਾਂ ਉਹ ਅਪਾਹਜ ਹੋਏਗਾ। ਤੇ ਉਦੋਂ ਹੋਲੇ ਮਹੱਲਿਆਂ ਦੇ ਜੋੜ ਮੇਲੇ ਚੱਲ ਰਹੇ ਸਨ ਉਸ ਸਾਲ ਦੇ ਵਿੱਚ। ਮੈਂ ਬੇਟੇ ਆਪਣੇ ਨਾਲ ਲੈ ਕੇ ਗਿਆ, ਤੇ ਜਦੋਂ ਮੈਂ ਜਾ ਕੇ ਵੇਖਿਆ, ਦੋਵਾਂ ਲੱਤਾਂ ਤੋਂ ਅਪਾਹਜ ਗ੍ਰੰਥੀ ਸਿੰਘ ਸੀ, ਹੱਥ ਨਾਲ ਤੁਰਦਾ ਸੀ, ਹੱਥ ਦੇ ਨਾਲ
ਬਜ਼ੁਰਗ ਮਾਤਾ ਸੀ। ਔਰ ਜਿਸ ਕਮਰੇ ਦੇ ਵਿੱਚ ਰਹਿ ਰਿਹਾ ਸੀ, ਆ ਭਾਈ ਮੁਖਤਾਰ ਸਿੰਘ ਦੇ ਕਮਰੇ ਦੀ ਥੋੜੀ ਜਿਹੀ ਹਾਲਤ ਠੀਕ ਆ, ਉਹ ਇੰਨੀ ਬਦਤਰ ਗੁਰਦੁਆਰਾ ਸਾਹਿਬ ਦੇ ਕਮਰੇ ਦੀ ਰਿਹਾਇਸ਼ ਉਹਨੂੰ ਦਿੱਤੀ ਹੋਈ ਸੀ ਕਿ ਰੋਣ ਆ ਗਿਆ। ਸਾਰੇ ਸਰੀਰ ਤੇ ਕੋੜਨੁਮਾ ਬਿਮਾਰੀ ਜਿਹੜੀ ਉਹਦੇ ਸਰੀਰ ਤੇ ਫੈਲੀ ਹੋਈ ਸੀ। ਫਿਰ ਮੈਂ ਉੱਥੇ ਖਲੋ ਕੇ ਲਾਈਵ ਹੋਇਆ ਕਿ ਰੱਸੇ ਲਾ ਲਾ ਕੇ ਲੰਗਰ ਛਕਾਉਣ ਦੇ ਨਾਲੋਂ ਕਿਸੇ ਗੁਰੂ ਕੇ ਵਜ਼ੀਰ ਦੀ ਸਾਰ ਲੈ ਲਓ, ਇਹਨੂੰ 2 ਕਿਲੋ ਕਣਕ ਦੇ ਦਿਓ, ਕੋਈ ਆਟਾ ਦੇ ਦਿਓ, ਕੋਈ ਦਸਤ ਦੇ ਦਿਓ, ਇਹਦਾ ਇਲਾਜ ਕਰਾ ਦਈਏ। ਫਿਰ ਸਾਡੀ ਉਸ ਦਿਨ ਸੰਸਥਾ ਦਾ, ਅਸਲ ਦੇ ਵਿੱਚ ਭਾਈ ਸ਼ਬੇਗ ਸਿੰਘ ਵਡਾਲਾ ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਨੇ, ਉਸ ਦਿਨ ਸਾਡੀ ਸੰਸਥਾ ਦੀ ਰਮਤਾ ਹੋਈ। ਤੈਂਕੀ ਦਰਦ ਲਾਇਆ ਸੇਵਾ ਸੰਸਥਾ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਹਦਾ ਸਦਕਾ ਉਹਦਾ ਇਲਾਜ ਕਰਾਇਆ। ਉਹਨੂੰ ਉਹਦੇ ਜਗ੍ਹਾ ਹੈਗੀ ਸੀ ਪਰ ਪੈਸੇ ਪਾਉਣ ਜੋਗੇ ਨਹੀਂ ਸੀ ਹੈਗੇ। ਕਮਰਾ ਪਾ ਕੇ ਦਿੱਤਾ, ਟਾਇਲਟ ਬਾਥਰੂਮ ਬਣਾ ਕੇ ਦਿੱਤਾ। ਫਿਰ ਇੱਕ ਭੁਪਿੰਦਰ ਸਿੰਘ ਗ੍ਰੰਥੀ, ਉਹ ਵੀ ਅਪਾਹਜ ਸੀ, ਉਹਦਾ ਵੀ ਐਕਸੀਡੈਂਟ ਹੋਣ ਕਰਕੇ ਇਲਾਜ ਦੁੱਖੋਂ ਮਰ ਰਿਹਾ ਸੀ, ਉਹਦਾ ਇਲਾਜ ਕਰਾਇਆ, ਉਹਨੂੰ ਕਮਰਾ ਪਾ ਕੇ ਦਿੱਤਾ। ਸੋ ਇਸ ਕਰਕੇ ਗ੍ਰੰਥੀ ਸਿੰਘਾਂ ਤੋਂ ਹੀ ਸਾਡੀ ਜਿਹੜੀ ਸੰਸਥਾ ਦੀ ਆਰੰਭਤਾ ਹੋਈ ਹੈ। ਇਹ ਪੰਕਤੀ ਗੁਰਬਾਣੀ ਦੀ ਹੈ, ਤੈਂਕੀ ਦਰਦਨ ਆਇਆ ਸੇਵਾ ਸੰਸਥਾ। ਜਦੋਂ ਬਾਬਰ ਚੜ੍ਹ ਕੇ ਆਇਆ ਸੀ ਏਮਨਾਬਾਦ ਤੇ, ਗੁਰੂ ਨਾਨਕ ਸਾਹਿਬ ਜੀ ਨੇ ਪ੍ਰਮਾਤਮਾ ਨੂੰ ਮਿੱਠਾ ਉਲਾਂਭਾ ਦਿੱਤਾ ਸੀ ਕਿ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਇਸ ਕਰਕੇ ਇਹ ਪੰਕਤੀ ਜਿਹੜੀ ਹੈ, ਅਸੀਂ ਆਪਣੇ ਸੰਸਥਾ ਦੇ ਇਸ ਪੰਕਤੀ ਦੇ ਹੇਠ ਸਾਡੀ ਸੰਸਥਾ ਚੱਲ ਰਹੀ ਹੈ। ਹਾਂਜੀ, ਇਸ ਕਰਕੇ ਸਾਡੀ ਸੰਸਥਾ ਦਾ ਉਦੋਂ ਜਨਮ ਹੋਇਆ। ਭਾਈ ਸਾਹਿਬ ਜੀ, ਇਹ ਜਿਹੜੇ ਤੁਸੀਂ ਸੇਵਾ ਕਰਦੇ ਹੋ, ਇਸ ਦੇ ਵਿੱਚ ਕੋਈ SGPC ਵੱਲੋਂ ਵੀ ਸਹਿਯੋਗ ਮਿਲਦਾ ਹੈ ਕਿ ਤੁਹਾਡੀ ਇਹ ਪਰਸਨਲ ਮੈਟਰ ਤੇ ਜਿਹੜੀ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਹੀ ਸੇਵਾ ਕਰਦੀਆਂ? ਨਹੀਂ ਜੀ, ਕੋਈ ਕਿਸੇ ਸੰਸਥਾ ਵੱਲੋਂ ਸਾਨੂੰ ਸਹਿਯੋਗ ਨਹੀਂ ਮਿਲਦਾ। ਪਰਸਨਲ ਤੌਰ ਤੇ ਸਾਡੇ ਜਿਹੜੇ ਵਿਦੇਸ਼ਾਂ ਵਿੱਚ ਵੀਰ ਨੇ, ਗੁਰਮੁਖ ਪਿਆਰੇ ਨੇ, ਮਨੀਲਾ ਦੇ ਸਿੰਘ ਨੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪਹਿਲ ਕੀਤੀ ਸੀ ਇਸ ਸੰਸਥਾ ਦਾ ਜਦੋਂ ਆਰੰਭਤਾ ਹੋਈ ਸੀ। ਮੈਂ ਨਾਮ ਜ਼ਰੂਰ ਲੈਣਾ ਚਾਹਾਂ ਕਿਉਂਕਿ ਸਾਡੀ ਸੰਸਥਾ ਦੇ ਮੈਂਬਰ ਨੇ ਭਾਈ ਸੁਖਵਿੰਦਰ ਸਿੰਘ ਅਗੋ, ਭਾਈ ਅਮਰੀਕ ਸਿੰਘ ਚੀਨਾ ਸਾਹਿਬ, ਅਨੇਕਾਂ ਨੇ, ਭਾਈ ਪਰਮਜੀਤ ਸਿੰਘ ਡੱਬ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪਹਿਲ ਕੀਤੀ ਸੀ ਸਾਡੀ ਸੰਸਥਾ ਦੀ। ਔਰ ਉਹਦੇ ਨਾਲ ਹੌਲੀ ਹੌਲੀ ਜੁੜਦੇ ਗਏ, ਕਾਫਲਾ ਬਣਦਾ ਗਿਆ। ਫਿਰ ਅਸੀਂ ਮਹੀਨਾ ਵਾਈਜ਼ ਜਿਹੜੇ ਪਾਠੀ ਸਿੰਘ ਇਫੈਕਟ ਸਨ ਜਾਂ ਹੋਰ ਵੀਰ ਜਿਹੜੇ ਇਫੈਕਟ ਸਨ, ਉਹਨਾਂ ਦਾ ਰਾਸ਼ਨ ਦੀ ਸੇਵਾ, ਉਹਨਾਂ ਦੇ ਇਲਾਜ ਦੀ ਸੇਵਾ। ਫਿਰ ਅਸੀਂ ਮੈਡੀਕਲ ਕੈਂਪ ਪਿੰਡਾਂ ਵਿੱਚ ਅੱਖਾਂ ਦੇ ਲਾਉਣੇ ਸ਼ੁਰੂ ਕੀਤੇ। ਇਲਾਜ ਜਿਹਦਾ ਨਹੀਂ ਸੀ ਹੁੰਦਾ, ਸਾਰੇ ਰਲ ਮਿਲ ਕੇ ਵੀਰ ਇਲਾਜ ਕਰਾ ਦਿੰਦੇ ਸੀ। ਕਿ ਲੋਕਡਾਊਨ ਦੇ ਵਿੱਚ ਜਿਹੜੀ ਤੈਂਕੀ ਦਰਦਨ ਆਇਆ ਸੇਵਾ ਸੰਸਥਾ ਨੇ ਸੇਵਾ ਕੀਤੀ ਹੈ, ਉਹ ਗੁਰੂ ਨੇ ਕਿਰਪਾ ਕਰਕੇ ਕੰਧ ਤੇ ਹੱਥ ਰੱਖ ਕੇ ਕਰਵਾਈ, ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ। ਸ਼੍ਰੋਮਣੀ ਕਮੇਟੀ ਦਾ ਇਸ ਸੰਸਥਾ ਦੇ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ, ਨਾ ਉਹਨਾਂ ਨੇ ਕੋਈ ਸਾਨੂੰ ਪੁੱਛਿਆ ਹੀ ਹੈ, ਹਨਾ। ਇਸ ਕਰਕੇ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਇਹ ਸੇਵਾ ਚੱਲ ਰਹੀ ਹੈ, ਅਗਾਮੀ ਚੱਲੇਗੀ ਸੰਗਤਾਂ ਦੇ ਸਹਿਯੋਗ ਸਦਕਾ। ਨਹੀਂ ਖਾਲਸਾ ਜੀ, ਤੁਹਾਨੂੰ ਨਹੀਂ ਲੱਗਦਾ ਕਿ ਜਿੱਦਾਂ ਵੇਖੋ ਇਹ ਤੁਹਾਡੀ ਤੈਂਕੀ ਦਰਦਨ ਆਇਆ ਜਿਹੜੀ ਸੇਵਾ ਸੰਸਥਾ ਵਾ ਸੇਵਾ ਕਰ ਰਹੀ ਆ, ਤੇ ਇੱਕ SGPC ਸਾਡੀ ਸਿਰਮੌਰ ਸਿੱਖਾਂ ਦੀ ਸਿਰਮੌਰ ਕਮੇਟੀ ਆ, ਇਹ ਤੁਹਾਨੂੰ ਨਹੀਂ ਲੱਗਦਾ ਵੀ ਸਾਨੂੰ ਸਾਡੀ ਸੰਸਥਾ ਨੂੰ ਚਾਹੀਦਾ ਹੈ ਵੀ SGPC ਨੂੰ ਵੱਡੇ ਪੱਧਰ ਤੇ ਆਵੇ? ਤੇ ਕਿਉਂਕਿ ਪਾਠੀ ਜਿਹੜੇ ਆ ਇੱਕ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਵਾਲੇ ਆ, ਕਿਉਂਕਿ ਬਾਬਾ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਾਠੀ ਦੀ ਪਦਵੀ ਦਿੱਤੀ ਸੀ ਹੈੱਡ ਗ੍ਰੰਥੀ ਦੀ। ਉਸ ਤੋਂ ਬਾਅਦ ਹੀ ਜਿਹੜੀ ਇਹ ਸੰਸਥਾ ਚੱਲਦੀ ਆਈ ਤੇ ਜਿਹੜੇ ਗਾ ਪਾਠੀ ਸਿੰਘ ਬਣਨੇ ਸ਼ੁਰੂ ਹੋਏ ਤੇ ਗੁਰੂ ਸਾਹਿਬ ਦੀ ਬਾਣੀ ਪੜ੍ਹਨੀ ਤੇ ਲੋਕਾਂ ਨੂੰ ਸੁਣਾਉਣੀ ਤੇ ਲੋਕਾਂ ਨੂੰ ਨਾਲ ਸਮਝਾਉਣਾ ਕਿ ਬਾਣੀ ਦੇ ਅਰਥ ਕੀ ਨੇ ਤੇ ਅਰਥ ਕੱਢ ਕੇ ਸੁਣਾਉਣੇ। ਤੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਸਾਰ SGPC ਨੂੰ ਪਹਿਲੇ ਆਣ ਕੇ ਲੈਣੀ ਚਾਹੀਦੀ ਆ? ਸਭ ਤੋਂ ਪਹਿਲਾਂ ਅੱਗੇ ਹੋ ਕੇ SGPC ਨੂੰ ਵੇਖਣਾ ਚਾਹੀਦਾ ਵੀ ਜਿਹੜੇ ਪਾਠੀ ਆ ਉਹਨਾਂ ਨੂੰ ਕੋਈ ਵੱਡੀ ਪਦਵੀ ਦਿੱਤੀ ਜਾਵੇ ਕਿ ਉਹ ਮੰਗਣ ਤੇ ਜਿਹੜੇ ਆ ਰੋਜ਼-ਰੋਜ਼ ਲੋਕਾਂ ਘਰੋਂ ਗਜਾ ਕਰਨ ਤੇ ਜਿਹੜੇ ਆ ਉਹ ਮਜਬੂਰ ਨਾ ਹੋਣ। ਸ਼੍ਰੋਮਣੀ ਕਮੇਟੀ ਤੋਂ ਤਾਂ ਪਹਿਲ ਦੇ ਆਧਾਰ ਤੇ ਚਾਹੀਦਾ ਸੀ, ਕਿਉਂਕਿ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ, ਸ਼ਹੀਦਾਂ ਦੀ ਨੁਮਾਇੰਦਾ ਜਮਾਤ ਹੈ, ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਹੈ। ਹਾਂਜੀ, ਬਜਟ ਵੀ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਜ਼ਿਆਦਾ, ਪਰ ਪਤਾ ਨਹੀਂ ਕਿਉਂ ਭਾਈ ਸ਼੍ਰੋਮਣੀ ਕਮੇਟੀ ਦਾ ਪਾਠੀਆਂ ਵੇਲੇ, ਪ੍ਰਚਾਰਕਾਂ ਵੇਲੇ ਜਿਹੜਾ ਬਜਟ ਹੈ ਅਸਮਰੱਥ ਹੋ ਗਿਆ, ਉਹਦੇ ਵਿੱਚ ਸਮਰੱਥਾ ਨਹੀਂ ਰਹੀ ਗਰੀਬਾਂ ਦੀ ਬਾਂਹ। ਜਦੋਂ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਪਿੱਛੇ ਜੇ ਇੱਕ ਗੈਸ ਕਾਂਡ ਹੋਇਆ ਸੀ ਝੁੱਗੀਆਂ ਦੇ ਵਿੱਚ, ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਜਾ ਕੇ ਉਹਨਾਂ ਦੀ ਬਾਂਹ ਫੜੀ ਸੀ। ਇਹ ਪਾਠੀਆਂ ਵੇਲੇ, ਗ੍ਰੰਥੀਆਂ ਵੇਲੇ, ਇਸ ਲੋਕਡਾਊਨ ਦੌਰਾਨ ਪਤਾ ਨਹੀਂ ਕੀ ਹੋ ਗਿਆ ਸ਼੍ਰੋਮਣੀ ਕਮੇਟੀ ਦੀ ਮੱਤ ਨੂੰ। ਜਿਹੜੇ ਨੁਮਾਇੰਦੇ ਇਸ ਟਾਈਮ ਕਾਬਜ਼ ਨੇ, ਇਹਨਾਂ ਦੇ ਆਪਣੇ ਜਿਹੜੇ ਮੈਨੇਜਰਾਂ ਦੇ ਘੁਟਾਲੇ ਸਾਰੇ ਦੁਨੀਆ ਦੇ ਸਾਹਮਣੇ ਆ ਗਏ ਨੇ। ਕੁਛ ਇੱਕ ਮੁਲਾਜ਼ਮ, ਸਾਰੇ ਮੁਲਾਜ਼ਮ ਨਹੀਂ ਮੈਂ ਕਹਿ ਰਿਹਾ, ਸਾਰੇ ਮੁਲਾਜ਼ਮ ਬੜੇ ਵਧੀਆ ਨੇ ਸ਼੍ਰੋਮਣੀ ਕਮੇਟੀ 'ਚ, ਵਧੀਆ ਅਹੁਦੇਦਾਰ, ਵਧੀਆ ਮੈਂਬਰ ਸ਼੍ਰੋਮਣੀ ਕਮੇਟੀ 'ਚ ਨੇ, ਚੰਗੇ ਮੈਂਬਰ ਨੇ, ਪਰ ਉਹਨਾਂ ਦੀ ਕੋਈ ਵਸ ਨਹੀਂ ਚੱਲ ਰਿਹਾ। ਵੱਡੇ ਵੱਡੇ ਘੁਟਾਲੇ ਸਾਹਮਣੇ ਆ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 667 ਸਰੂਪ ਗਾਇਬ ਹੋ ਗਏ ਸ਼੍ਰੋਮਣੀ ਕਮੇਟੀ। ਇਹ ਇੱਕ ਕੌਮ ਦੇ ਮੱਥੇ ਤੇ ਬਦਨੁਮਾ ਦਾਗ ਲੱਗਣ ਵਾਲੀ ਗੱਲ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਮੈਂ ਹੁਣ ਵੀ ਬੇਨਤੀ ਕਰਦਾ, ਸ਼੍ਰੋਮਣੀ ਕਮੇਟੀ ਗਾੜੀ, ਇਹ ਰੱਬ ਦਾ ਵਾਸਤਾ ਹੈ, ਇਹ ਪਾਠੀ ਵੀ ਕਿਸੇ ਸ਼੍ਰੇਣੀ ਦੇ ਵਿੱਚ ਆਉਂਦੇ ਨੇ, ਗੁਰੂ ਕੇ ਪ੍ਰਚਾਰਕ ਨੇ, ਪਿੰਡਾਂ ਵਿੱਚ ਜਾ ਕੇ ਅਖੰਡ ਪਾਠ ਕਰਦੇ ਨੇ, ਇਹਨਾਂ ਦੀ ਰੱਬ ਦਾ ਵਾਸਤਾ ਹੈ ਆਣ ਕੇ ਬਾਹ ਫੜੋ,
ਲਿਸਟਾਂ ਸਾਡੇ ਕੋਲ ਪਈਆਂ ਨੇ ਇਫੈਕਟ ਗ੍ਰੰਥੀ ਸਿੰਘਾਂ ਦੀਆਂ। ਲਗਭਗ 20 ਪਾਠੀਆਂ ਸਿੰਘਾਂ ਦੀਆਂ ਲਿਸਟਾਂ ਮੇਰੇ ਕੋਲ ਆ ਚੁੱਕੀਆਂ ਨੇ, ਜਿਨ੍ਹਾਂ ਦੀਆਂ ਛੱਤਾਂ ਢਹੀਆਂ ਨੇ, ਕਈਆਂ ਦੇ ਧੀਆਂ ਦੇ ਵਿਆਹ ਕਰਨ ਵਾਲੇ ਨੇ, ਕਈਆਂ ਦਾ ਇਲਾਜ ਦੁੱਖੋਂ ਮਰ ਰਿਹਾ। ਉਹਨਾਂ ਦਾ ਇਲਾਜ ਹੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਕਰ ਦੋ। ਪਰ ਨਹੀਂ, ਜਦੋਂ ਅਸੀਂ ਇੱਕ ਪਿੱਛੇ ਜੇ ਬਲਵਿੰਦਰ ਸਿੰਘ ਰਾਮਦਵਾਲੀ ਹਿੰਦੂਆਂ ਪਾਠੀ ਸਿੰਘ ਦੀ ਅਸੀਂ ਘਰ ਜਦੋਂ ਰਾਸ਼ਨ ਲੈ ਕੇ, ਉਹਦਾ ਪੈਰ ਅੱਧਾ ਵੱਢਿਆ ਹੋਇਆ ਸੀ ਸ਼ੂਗਰ ਦੇ ਨਾਲ, ਤੇ ਘਰ ਦੀ ਹਾਲਤ ਬਾਲੇ ਡਿੱਗਣ ਵਾਲੇ ਸਨ। ਉਸ ਸਮੇਂ 2 ਬੱਚੇ ਸਨ ਉਹਦੇ। ਉਹਦਾ ਇਲਾਜ ਕਰਾਉਣ ਵਾਸਤੇ ਮੈਂ ਆਲੀ ਸਾਹਿਬ ਨੂੰ ਫੋਨ ਕੀਤਾ। ਮੇਰੇ ਕੋਲ ਰਿਕਾਰਡਿੰਗ ਅਜੇ ਵੀ ਪਈ ਹੈ, ਮੌਜੂਦ ਹੈ। ਜਿਹੜੇ ਪੀਏ ਨੇ, ਜਿਹੜੇ ਹੁਣ ਮੌਜੂਦਾ ਸਕੱਤਰ ਬਣੇ ਨੇ ਡਾਕਟਰ ਰੂਪ ਸਿੰਘ ਦੀ ਜਗ੍ਹਾ ਤੇ, ਆਲੀ ਸਾਹਿਬ ਨੂੰ ਮੈਂ ਬਹੁਤ ਫੋਨ ਕੀਤਾ। ਮੈਂ ਕਿਹਾ ਜੀ ਬਲਵਿੰਦਰ ਸਿੰਘ ਇਹਦਾ ਪਾਠੀ ਹੈ, ਧੀ ਤੇ ਇਹਦਾ ਬੇਟਾ ਹੈ, ਉਹਦਾ ਇਲਾਜ ਗੁਰੂ ਰਾਮਦਾਸ ਹਸਪੀਟਲ ਕਰਾ ਦਿਓ, ਡਾਕਟਰ ਏਪੀ ਸਿੰਘ ਨੂੰ ਫੋਨ ਕਰ ਦਿਓ। ਮੈਨੂੰ ਆਲੀ ਸਾਹਿਬ ਕਹਿੰਦੇ ਵੀ ਏਪੀ ਸਿੰਘ ਨੇ ਕਿਹੜੀ ਸਾਡੀ ਮੰਨਣੀ ਹੈ। ਮੈਂ ਕਿਹਾ ਤੁਹਾਡੀ ਨਹੀਂ ਮੰਨਦੇ ਤੇ ਸ਼੍ਰੋਮਣੀ ਕਮੇਟੀ ਦੇ ਤੁਸੀਂ ਮੁਖੀ ਹੋ, ਤੁਸੀਂ ਪੀਏ ਹੋ ਪ੍ਰਧਾਨ ਸਾਹਿਬ ਦੇ, ਤੇ ਪੀਏ ਕੋਲ ਪ੍ਰਧਾਨ ਜਿੰਨੀ ਪਾਵਰ ਹੁੰਦੀ ਹੈ, ਤੇ ਫਿਰ ਮੰਨਣੀ ਕਿਹਦੀ ਹੈ। ਉਹ ਪਾਠੀ ਇਲਾਜ ਦੁੱਖੋਂ ਮਰ ਗਿਆ। ਉਹਦੀ ਜਦੋਂ ਅਸੀਂ ਦੂਸਰੇ ਹਸਪੀਟਲ ਲੈ ਕੇ ਗਏ, ਪ੍ਰਾਈਵੇਟ ਹਸਪੀਟਲ ਉਹਨੂੰ ਲੈ ਗਏ, ਉੱਥੇ ਡਾਕਟਰ ਕਹਿਣ ਲੱਗੇ ਵੀ ਇਹਦੀ ਲੱਤ ਵੱਢਣੀ ਹੈ, ਕਿਉਂਕਿ ਲੱਤ ਗਲ ਚੁੱਕੀ ਸੀ। ਜਦੋਂ ਸਾਡਾ ਸੰਸਥਾ ਦਾ ਮਿਲਾਪ ਹੋਇਆ, ਉਦੋਂ ਇਸ ਹੱਦ ਤੱਕ ਉਹਦਾ ਦੁੱਖ ਵੱਧ ਚੁੱਕਾ ਸੀ ਕਿ ਸਾਡੇ ਇਲਾਜ ਕਰਾਉਣ ਦੇ ਬਾਵਜੂਦ ਵੀ ਠੀਕ ਨਹੀਂ ਸੀ ਹੋ ਸਕਦਾ। ਉਹਦੀ ਲੱਤ ਵੱਢਣ ਦਾ ਜਦੋਂ ਉਹਨੇ ਸੁਣਿਆ ਕਿ ਮੇਰੀ ਲੱਤ ਵੱਢੀ ਜਾਣੀ ਹੈ, ਉੱਥੇ ਸਵਾਸ ਤਿਆਗ ਦਿੱਤਾ। ਫਿਰ ਉਹਦਾ ਘਰ ਜਿਹੜਾ ਸੀ, ਕਰਜ਼ਾ ਸੀ, ਉਹਦੇ 1.25 ਲੱਖ ਰੁਪਈਆ ਉਹਦੇ ਸਿਰ ਘਰ ਤੇ ਕਰਜ਼ਾ ਸੀ। ਜਿਸ ਦਿਨ ਹਾਲਤ ਵੇਖੀ, 40,000 ਰੁਪਈਆ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਪ੍ਰਾਈਮ ਉਹਦੇ ਦੇ ਮਾਧਿਅਮ ਰਾਹੀਂ, 40,000 ਰੁਪਈਆ 2015 ਚ ਬਲਵਿੰਦਰ ਸਿੰਘ ਨੇ ਕਰਜ਼ਾ ਲਿਆ ਸੀ। ਪਾਠੀ ਸਿੰਘ ਨੇ ਸਾਰੀ ਉਮਰ ਨਿਸ਼ਕਾਮ ਸੇਵਾ ਕੀਤੀ ਗੁਰਦੁਆਰਾ ਸਾਹਿਬ ਉਹਨੇ ਗ੍ਰੰਥੀ ਸਿੰਘ ਦੀ। ਅੱਜ ਉਹਦੇ 2 ਬੱਚੇ ਨੇ, ਘਰ ਦੀ ਉਸ ਘਰ ਵਿੱਚ ਰਹਿ ਰਹੀ ਹੈ। ਉਹਦਾ ਵੀ ਘਰ ਥੋੜੇ ਦਿਨਾਂ ਤੱਕ ਸ਼ੁਰੂ ਹੋ ਜਾਣਾ ਹੈ। ਖਾਲਸਾ ਏਡ ਨੇ ਉਹਦੀ ਸੇਵਾ ਲਈ, ਅਸੀਂ ਖਾਲਸਾ ਏਡ ਦਾ ਧੰਨਵਾਦ ਕਰਦੇ ਹਾਂ। ਖਾਲਸਾ ਏਡ ਵਾਲੇ ਉਹਦੇ ਭੋਗ ਤੇ ਵੀ ਆਏ ਸੀ। ਜਦੋਂ ਸਾਨੂੰ ਪਤਾ ਲੱਗਾ ਕਿ ਉਹਦਾ ਘਰ ਕਰਜ਼ੇ 'ਚ ਹੈ, 15 ਚ ਕਰਜ਼ਾ ਲਿਆ, ਵਿਆਜ ਪਾ ਕੇ 1.25 ਲੱਖ ਰੁਪਇਆ ਬਣਾਇਆ, ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਪਹਿਲਾਂ ਉਹਦਾ 40,000 ਰੁਪਇਆ ਮਿੰਤਰਲਾ ਕਰਕੇ ਕਰਜ਼ਾ ਲਾਇਆ, ਫਿਰ ਉਹਦੇ ਘਰ ਬੋਰ ਕਰਾਇਆ। ਅੱਜ ਬੋਰ ਹੋਇਆ, ਅਗਲੇ ਦਿਨ ਉਸ ਬੋਰ ਦਾ ਪਾਣੀ ਵੀ ਉਸ ਗੁਰਮੁਖ ਨੂੰ ਪੀਣਾ ਨਾ ਨਸੀਬ ਹੋਇਆ। ਭਾਈ ਬਲਵਿੰਦਰ ਸਿੰਘ ਇਲਾਜ ਦੁੱਖੋਂ, ਸਾਡੇ ਮਾੜੇ ਸਿਸਟਮ ਦਾ ਕਰਕੇ ਇਲਾਜ ਦੁੱਖੋਂ ਹੀ ਦੁਨੀਆ ਤੋਂ ਤੁਰ ਗਿਆ। ਅੱਜ ਉਹਦੇ ਬੱਚੇ ਅਨਾਥ ਨੇ। ਇੱਕ ਸਵਾਲ ਕੌਮ ਦੇ, ਇੱਕ ਸਵਾਲ ਛੱਡ ਗਿਆ ਭਾਈ ਬਲਵਿੰਦਰ ਸਿੰਘ, ਮੇਰਾ ਕੀ ਕਸੂਰ ਸੀ, ਮੇਰੇ ਬੱਚਿਆਂ ਦਾ ਕੀ ਕਸੂਰ ਹੈ, ਜਿਹੜਾ ਸਾਰੀ ਜ਼ਿੰਦਗੀ ਸਹਿਜ ਨਿਸ਼ਕਾਮ ਪਾਠ ਕਰਦਾ ਰਿਹਾ, ਗ੍ਰੰਥੀ ਦੀ ਡਿਊਟੀ ਕਰਦਾ ਰਿਹਾ, ਜਿਵੇਂ ਭਾਈ ਮੁਖਤਾਰ ਸਿੰਘ ਕਰ ਰਿਹਾ, ਤੇ ਅੱਜ ਉਹਦੇ ਬੱਚਿਆਂ ਨੂੰ ਕੌਣ ਸਾਂਭੇਗਾ। ਪਾਠੀਆਂ ਦੇ ਮਰਨ ਤੋਂ ਬਾਅਦ ਪਾਠੀਆਂ ਦੇ ਬੱਚਿਆਂ ਦਾ ਕੌਣ ਵਾਰਸ ਹੈ। ਕੌਮ ਦੇ ਸਾਡੇ ਆਗੂਆਂ ਨੂੰ ਅਗਾਂਹ ਆਉਣਾ ਚਾਹੀਦਾ ਹੈ। ਲਿਸਟਾਂ ਮੇਰੇ ਕੋਲ ਪਈਆਂ ਨੇ ਇਫੈਕਟ ਗ੍ਰੰਥੀ ਸਿੰਘਾਂ ਦੀਆਂ। ਮੇਰੇ 'ਚ ਜਿੰਨੀ ਕੁ ਸਮਰੱਥਾ, ਮੈਂ ਰੌਲਾ ਪਾਉਣਾ ਜਾ ਕੇ ਉਹਨਾਂ ਦੇ ਘਰਾਂ ਵਿੱਚ, ਤੇ ਸੇਵਾ ਕੌਮ ਨੇ ਕਰਨੀ ਹੈ। ਕੌਮ ਦੇ ਚਰਨਾਂ 'ਚ ਬੇਨਤੀ ਹੈ, ਅਸੀਂ ਜੇ ਸ਼੍ਰੋਮਣੀ ਕਮੇਟੀ ਵੱਲ ਵਹਿੰਦੇ ਰਹੇ ਜਾਂ ਵੱਡੀਆਂ ਜਥੇਬੰਦੀਆਂ ਵੱਲ ਵਹਿੰਦੇ ਰਹੇ, ਤੇ ਹੋਰ ਕਈ ਭਾਈ ਬਲਵਿੰਦਰ ਸਿੰਘ ਵਰਗੇ ਇਲਾਜ ਦੁੱਖੋਂ ਮਰ ਜਾਣਗੇ, ਤੇ ਇੱਕ ਸਵਾਲ ਛੱਡ ਜਾਣਗੇ ਦੁਨੀਆ ਦੇ ਉੱਤੇ ਕਿ ਇਹ ਗੁਰੂ ਕੇ ਪਾਠੀ ਸਿੰਘ ਦੀ, ਬਾਬਾ ਬੁੱਢਾ ਸਾਹਿਬ ਦੇ ਵਾਰਸ ਦੀ ਇਹ ਜ਼ਿੰਦਗੀ ਹੈ ਕਿ ਸਾਰੀ ਜ਼ਿੰਦਗੀ ਪਾਠ ਕਰਕੇ ਰੌਲਾ ਲਾ ਕੇ ਪਰਿਵਾਰ ਦੀ ਪਾਲਣਾ ਪੋਸ਼ਣਾ ਕੀਤੀ, ਇਲਾਜ ਦੁੱਖੋਂ ਮਰ ਗਿਆ, ਉਹਦੇ ਬੱਚਿਆਂ ਦਾ ਕੋਈ ਕੌਣ ਵਾਲੀ ਵਾਰਸ ਬਣੇਗਾ। ਸਿੱਖ ਸੰਸਥਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਹੋਰ ਪਾਸਿਓਂ ਧਿਆਨ ਹਟਾ ਕੇ ਤੇ ਇੱਕ ਸਾਲ ਰੱਬ ਦਾ ਵਾਸਤਾ ਪਾਠੀ ਸਿੰਘਾਂ ਵੱਲ ਧਿਆਨ ਦੇ ਲਓ। ਇਹਨਾਂ ਦਾ ਕੀ ਕਸੂਰ ਹੈ ਜਿਨ੍ਹਾਂ ਸਾਰੀ ਜ਼ਿੰਦਗੀ ਪਾਠ ਕੀਤੇ ਨੇ, ਨਾ ਕੋਈ ਕੰਮਕਾਰ ਕਰਨ ਜੋਗੇ ਨੇ, ਨਾ ਕੋਈ ਇਹ ਵਿਚਾਰੇ ਆਪਣਾ ਇਲਾਜ ਕਰਾਉਣ ਜੋਗੇ ਨੇ, ਆਪਣਾ ਘਰ ਇਹਨਾਂ ਦੇ ਢਹਿ ਰਹੇ ਨੇ। ਇਹਨਾਂ ਦੇ ਵੱਲ ਇੱਕ ਸਾਲ ਖਿਆਲ ਕਰ ਲਓ, ਇੱਧਰੋਂ ਉੱਧਰੋਂ ਢਾਹ ਕੇ, ਜੇ ਬਾਬਾ ਬੁੱਢਾ ਸਾਹਿਬ ਦੀ ਖੁਸ਼ੀ ਲੈਣੀ ਚਾਹੁੰਦੇ ਹੋ। ਭਾਈ ਸਾਹਿਬ, ਹੁਣ ਤੀਕਰ ਤੁਸੀਂ ਜਿਹੜੇ ਆ ਟੋਟਲ ਕਿੰਨੇ ਕੁ ਜਿਹੜੇ ਪਾਠੀ ਸਿੰਘਾਂ ਦੀ ਸੇਵਾ ਕਰ ਚੁੱਕੇ ਹੋ, ਤੇ ਕਿੰਨੇ ਕੁ ਜਿਹੜੇ ਇਲਾਜ ਕਰਵਾ ਚੁੱਕੇ ਹੋ, ਕਿੰਨੇ ਕੁ ਸਿੰਘਾਂ ਦਾ? ਹੁਣ ਤੱਕ ਜੀ ਅਸੀਂ ਗੁਰੂ ਸਾਹਿਬ ਦੀ ਕਿਰਪਾ ਸਦਕਾ 26-2700 ਦੇ ਲਗਭਗ, ਕਿਉਂਕਿ ਮੇਰੇ ਕੋਲ ਲਿਖਤੀ ਹੈ, ਮੇਰੇ ਸਾਥੀ ਦੇ ਕੋਲ ਲਿਖਤ ਪਈ ਸਾਰੀ, ਉਹਨਾਂ ਦੇ ਬਕਾਇਦਾ ਮੋਬਾਈਲ ਨੰਬਰ ਨੇ। 26-2700 ਦੇ ਕਰੀਬ ਪਾਠੀ ਸਿੰਘਾਂ ਦਾ ਅਸੀਂ ਰਾਸ਼ਨ ਦੀ ਸੇਵਾ ਕਰ ਚੁੱਕੇ, ਤੇ ਅਜੇ ਵੀ ਚੱਲ ਰਹੀ। ਜਿਹੜਾ ਕੋਈ ਫੋਨ ਕਰਦਾ ਆਸ ਰੱਖ ਕੇ ਆਉਂਦਾ, ਉਹਨੂੰ ਇਸ ਖਾਲੀ ਨਹੀਂ ਮੋੜਦੇ। ਅੱਜ ਵੀ ਸਾਡੇ ਕੋਲ ਲਿਸਟਾਂ ਆ ਰਹੀਆਂ ਨੇ, ਕਿਤੇ 100 ਪਾਠੀ ਦੀ ਆ ਗਈ, ਪਰ ਉਹਨਾਂ ਨੂੰ ਇਹੋ ਕਹਿ ਦੇਈਦਾ ਹੈ ਕਿ ਜੇ ਸੰਗਤ ਵੱਲੋਂ ਮਾਇਆ ਆ ਜਾਵੇਗੀ ਤੇ ਰਾਸ਼ਨ ਦੇ ਦੇਵਾਂਗੇ, ਨਹੀਂ ਤੇ ਤੁਹਾਡੇ ਗਾੜੀ ਹੱਥ ਜੋੜ ਦਵਾਂਗੇ। ਤੇ ਇਲਾਜ ਜਿਹੜਾ ਚੱਲ ਰਿਹਾ ਉਹਦੇ ਵਿੱਚ ਲਗਭਗ 35 ਤੋਂ 40 ਪਾਠੀ ਸਿੰਘ ਨੇ, ਜਿਨ੍ਹਾਂ ਦਾ ਮਹੀਨੇਵਾਰ ਅਸੀਂ 2000 ਰੁਪਇਆ, ਕਿਸੇ ਦੀ 1500 ਦੀ, ਉਹ ਲਿਸਟ ਸਾਡੇ ਕੋਲ ਪਈ ਹੈ। ਸੰਗਤਾਂ ਸਿੱਧੀਆਂ ਲਿਸਟਾਂ ਲੈ ਲੈਣ ਸਾਡੇ ਕੋਲੋਂ, ਸਿੱਧੀ ਮਾਇਆ ਉਹਨਾਂ ਦੇ ਅਕਾਊਂਟ 'ਚ ਪਾ ਦੇਣੇ ਜਿਹੜੇ ਇਲਾਜ ਕਰਾਉਂਦੇ ਨੇ ਮਹੀਨੇ ਬਾਅਦ। ਲਗਭਗ ਹੁਣ ਲਾਕਡਾਊਨ ਦੌਰਾਨ ਅਸੀਂ 6 ਧੀਆਂ ਦੇ ਪਾਠੀ ਸਿੰਘਾਂ ਦੇ ਵਿਆਹ ਕੀਤੇ ਨੇ, ਜਿਨ੍ਹਾਂ ਕੋਲ ਪੈਸੇ ਨਹੀਂ ਸੀ ਤੇ ਲੜਕੇ ਵਾਲੇ ਵਿਆਹ ਮੰਗ ਰਹੇ ਸਨ। 2 ਵਿਆਹ ਸਾਨੂੰ ਹੋਰ ਆਏ ਨੇ।
ਫਗਵਾੜੇ ਦੇ ਲਾਗੇ ਮੇਡਾ ਪਿੰਡ ਤੇ ਵਡਾਲਾ ਜੌਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮਲਕਪੁਰ। ਇੱਕ ਦਾ 31 ਅਗਸਤ ਨੂੰ ਹੈ, ਇੱਕ ਦਾ 15 ਅਗਸਤ ਨੂੰ ਹੈ ਪਾਠ ਉਹ ਦੂਜਾ ਵਾਹਿਗੁਰੂ ਵਿਆਹ ਬੱਚੀ ਦਾ। ਇੱਕ ਹੈਂਡੀਕੈਪਟ ਹੈ ਵਿਚਾਰਾ, ਉਹਦੀ ਘਰ ਦੀ ਵੀ ਹੈਂਡੀਕੈਪਟ, ਉਹਦੀ ਧੀ ਦਾ ਵਿਆਹ 15 ਅਗਸਤ ਨੂੰ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈ ਸੰਗਤਾਂ ਦੇ ਸਹਿਯੋਗ ਸਦਕਾ ਚੱਲ ਰਿਹਾ। ਅਗਾਂਹ ਵੀ ਸੰਗਤਾਂ ਜੇ ਸਾਡੀ ਸੰਸਥਾ ਦਾ ਸਹਿਯੋਗ ਦੇਣਗੀਆਂ ਤੇ ਅਸੀਂ ਸੰਗਤਾਂ ਦੇ ਵੀ ਧੰਨਵਾਦੀ ਹੋਵਾਂਗੇ ਤੇ ਸੇਵਾ ਨੂੰ ਹੋਰ ਵੱਡੇ ਪੱਧਰ ਤੇ ਅਸੀਂ ਕਰਾਂਗੇ। ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਸਾਡੀ ਕੋਈ ਸੁਣਵਾਈ ਨਹੀਂ, ਕੋਈ ਸੰਸਥਾ ਕੁਝ ਆਪ ਨਹੀਂ ਕਰ ਸਕਦੀ। ਹਾਂਜੀ, ਇਹ ਭਾਈ ਮੁਖਤਾਰ ਸਿੰਘ ਜੀ ਬੇਟੀ ਵੀ ਜਿਹੜੀ ਆ ਉਹ ਵਿਆਹਣ ਲਾਇਕ ਹੋ ਗਈ ਆ, ਉਹਦੇ ਵਾਸਤੇ ਤੁਸੀਂ ਕੀ ਪਲਾਨ ਕੀਤਾ ਆਉਣ ਵਾਲੇ? ਚਲੋ ਹੁਣ ਮਕਾਨ ਤਾਂ ਤੁਹਾਡੀ ਸੰਸਥਾ ਬਣਾ ਕੇ ਦੇ ਰਹੀ ਆ, ਬੋਰ ਵੀ ਕਰਵਾ ਦਿੱਤਾ, ਫਿਰ ਆਉਣ ਵਾਲੇ ਸਮੇਂ 'ਚ ਉਹਦੀ ਸ਼ਾਦੀ ਬਾਰੇ ਕੀ ਪਲਾਨ ਕੀਤਾ ਤੁਸੀਂ? ਭਾਈ ਮੁਖਤਾਰ ਸਿੰਘ ਦੀ ਬੇਟੀ ਸਾਡੀ ਤੈਂਕੀ ਦਰਦਨ ਆਇਆ ਸੇਵਾ ਸੰਸਥਾ ਦੀ ਬੇਟੀ ਹੈ। ਜਿਵੇਂ ਹਰ ਕੋਈ ਆਪਣੀ ਬੇਟੀ ਦਾ ਆਨੰਦ ਕਾਰਜ ਚੜ੍ਹਦੀ ਕਲਾ ਨਾਲ ਕਰਦਾ ਹੈ, ਅਸੀਂ ਆਪਣੀ ਧੀ ਦਾ ਵਿਆਹ, ਇਸ ਸੰਸਥਾ ਦੀ ਧੀ ਦਾ ਵਿਆਹ ਚੜ੍ਹਦੀ ਕਲਾ ਦੇ ਨਾਲ ਆਨੰਦ ਕਾਰਜ ਕਰਾਂਗੇ ਜਦੋਂ ਸਾਨੂੰ ਪਰਿਵਾਰ ਹੁਕਮ ਕਰੇਗਾ। ਤੇ ਭਾਈ ਮੁਖਤਾਰ ਸਿੰਘ ਦਾ ਇਲਾਜ ਵੀ ਅਸੀਂ ਆਖਿਆ ਸੀ ਵੀ ਹਸਪੀਟਲ ਲੋੜ ਹੈ ਤੇ ਚਲੇ ਜਾਓ, ਪੁੱਛ ਲਓ ਭਾਵੇਂ, ਅਸੀਂ ਇਲਾਜ। ਕਹਿੰਦੇ ਹਸਪੀਟਲ ਨਹੀਂ ਜਾਣਾ, ਬੇਟੀ ਘਰੇ ਡ੍ਰਿਪ ਲਾ ਰਹੀ ਹੈ, ਘਰ ਦੀ ਬੜੀ ਜ਼ਰੂਰਤ ਸੀ। ਕਹਿੰਦੇ ਪਹਿਲਾਂ ਅਸੀਂ ਘਰ ਆਪਣਾ ਬਣਦਾ ਵੇਖਣਾ ਹੈ, ਜਿੰਨੀ ਛੇਤੀ ਘਰ ਬਣੇਗਾ ਉਨੀ ਛੇਤੀ ਭਾਈ ਮੁਖਤਾਰ ਸਿੰਘ ਦਾ ਇਲਾਜ ਵੀ ਅਸੀਂ ਬਾਅਦ ਵਿੱਚ ਸ਼ੁਰੂ ਕਰਾਵਾਂਗੇ, ਕਿਉਂਕਿ ਸਾਰੇ ਪਰਿਵਾਰ ਨੇ ਤੇ ਨਾਲ ਰਹਿਣਾ ਹੈ। ਇੱਥੇ ਪਿੱਛੋਂ ਘਰ ਸ਼ੁਰੂ ਹੋ ਗਿਆ ਤੇ ਕੌਣ ਵਾਲੀ ਵਾਰਸ ਹੈ। ਇਸ ਕਰਕੇ ਮੇਰੇ ਪਿੰਡ ਤੋਂ, ਮੇਰੇ ਨਗਰ ਤੋਂ ਇਹ ਜਿਹੜਾ ਪਿੰਡ ਹੈ ਲਗਭਗ 60-70 ਕਿਲੋਮੀਟਰ ਪੈਂਦਾ। ਮੈਂ ਤਾਂ ਉਦੋਂ ਹੀ ਆਉਣਾ ਜਦੋਂ ਮਟੀਰੀਅਲ ਲੈ ਕੇ ਦੇਣਾ ਹੈ, ਅੱਗੋਂ ਪਿੱਛੋਂ ਤਾਂ ਖਿਆਲ ਇਹਨਾਂ ਰੱਖਣਾ। ਭਾਈ ਮੁਖਤਾਰ ਸਿੰਘ ਦੀ ਬੇਟੀ ਨਹੀਂ ਹੈ, ਇਹ ਸਾਡੀ ਸੰਸਥਾ ਦੀ, ਇਹ ਕੌਮ ਦੀ ਬੇਟੀ ਹੈ, ਸਿੱਖ ਕੌਮ ਦੀ, ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਹਰ ਉਸ NRI ਦੀ ਧੀ ਹੈ ਜਿਹੜਾ ਮਾਣ ਇਸ ਧੀ ਤੇ ਕਰੇਗਾ ਵੀ ਇਹ ਵਾਕਿਆ ਹੀ ਧੀ ਨੇ ਸਰਵਣ ਪੁੱਤ ਬਣ ਕੇ। ਤੇ ਜਿਹੜੇ ਪੁੱਤਾਂ ਦੀ ਮੰਗ ਕਰਦੇ ਨੇ ਵੀ ਸਾਨੂੰ ਪੁੱਤ ਚਾਹੀਦਾ ਹੈ, ਪਰ ਇਸ ਧੀ ਨੇ ਪੁੱਤਾਂ ਤੋਂ ਵੱਧ ਕਰਕੇ ਵਿਖਾ ਦਿੱਤਾ। ਪੁੱਤ ਤਾਂ ਸਾਥ ਛੱਡ ਜਾਂਦੇ ਨੇ, ਪਰ ਇਹ ਧੀ ਨੇ ਔਖੇ ਵੇਲੇ ਸਾਥ ਨਹੀਂ ਛੱਡਿਆ ਆਪਣੇ ਬਾਪ ਦਾ। ਮਾੜੇ ਸਿਸਟਮ ਦੇ ਨਾਲ ਲੜ ਕੇ, ਗੰਦੇ ਸਿਸਟਮ ਦੇ ਨਾਲ ਲੜ ਕੇ ਧੀ ਨੇ ਆਪਣੇ ਬਾਪ ਦੀ ਜਾਨ ਬਚਾਈ। ਇਹ ਧੀ ਸਾਡੀ ਸੰਸਥਾ ਦੀ ਹੈ, ਇਹ ਧੀ ਕੌਮ ਦੀ ਹੈ, ਇਹ ਧੀ NRI ਹਰ ਉਸ ਦੇਸ਼ ਵਿਦੇਸ਼ ਦੇ ਹਰ ਉਸ ਵੀਰ ਦੀ ਹੈ ਜਿਹੜਾ ਆਪਣਾ ਧੀਆਂ ਤੇ ਮਾਣ ਮਹਿਸੂਸ ਕਰਦਾ, ਜਿਹੜਾ ਚਾਹੁੰਦਾ ਹੈ ਕਿ ਹਰ ਘਰ ਦੇ ਵਿੱਚ ਧੀ ਹੋਵੇ ਤੇ ਭਾਈ ਮੁਖਤਾਰ ਸਿੰਘ ਦੀ ਧੀ ਵਰਗੀ ਧੀ ਹੋਵੇ, ਜਿਹੜਾ ਹਰ ਫਖਰ ਮਹਿਸੂਸ ਕਰਦਾ ਹੈ ਕਿ ਧੀਆਂ ਮਾੜੀਆਂ ਨਹੀਂ, ਧੀਆਂ ਔਖੇ ਵੇਲੇ ਆਪਣੇ ਬਾਪ ਦੇ ਕੰਮ ਆਉਂਦੀਆਂ। ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ 'ਚ ਵੇਖ ਰਹੇ ਪੰਜਾਬੀ ਨੇ ਅਤੇ ਹੋਰ ਵੀ ਜਿਹੜੀਆਂ ਸੰਸਥਾ ਨੇ, ਜਿਹੜੀਆਂ ਸੇਵਾ ਸੁਸਾਇਟੀਆਂ ਨਿਭਾਉਂਦੀਆਂ ਨੇ ਸੇਵਾ, ਕੀ ਮੈਸੇਜ ਦੇਣਾ ਚਾਹੁੰਦੇ ਜੇ? ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਿੱਖ ਸੰਸਥਾਵਾਂ ਨੂੰ ਵੀ ਕਿ ਠੀਕ ਹੈ ਕਿ ਬੜੇ ਝੁੱਗੀਆਂ ਵਿੱਚ ਰਹਿਣ ਵਾਲੇ ਗਰੀਬ ਨੇ, ਸਾਰਾ ਭਾਰਤ ਗਰੀਬਾਂ ਨਾਲ ਭਰਿਆ ਪਿਆ ਹੈ, ਪਰ ਆਪਣੇ ਭਰਾਵਾਂ ਦੀ ਸਾਰ ਲਓ, ਆਪਣੇ ਭਰਾਵਾਂ ਨੂੰ ਛੱਡ ਕੇ ਇੱਧਰ ਉੱਧਰ ਨਾ ਜਾਵੋ। ਜੇ ਤੁਸੀਂ ਪਾਠੀਆਂ ਸਿੰਘਾਂ ਦੀ ਲਿਸਟ ਲੈਣੀ, ਮੇਰੇ ਕੋਲ ਲਿਸਟ ਪਈ ਹੈ ਆਨਲਾਈਨ, ਉਹਨਾਂ ਦੇ ਉਹ ਵਾਹਿਗੁਰੂ ਰਿਕਾਰਡ ਮੋਬਾਈਲ ਨੰਬਰ ਨੇ, ਉਹਨਾਂ ਦੇ ਐਡਰੈਸ ਨੇ ਜਿਹੜੇ ਫੈਕਟ ਨੇ। 20 ਗ੍ਰੰਥੀ ਸਿੰਘ ਨੇ ਜਿਨ੍ਹਾਂ ਦੇ ਘਰ ਬਣਨ ਵਾਲੇ ਨੇ, ਜਿਨ੍ਹਾਂ ਦੀ ਛੱਤਾਂ ਢਹਿ ਰਹੀਆਂ ਨੇ, ਪਤਾ ਨਹੀਂ ਕਿਹੜੇ ਵੇਲੇ ਛੱਤ ਟੁੱਟ ਕੇ ਤੇ ਥੱਲੇ ਡਿੱਗ ਪੈਣੀ ਹੈ। ਪਰਿਵਾਰ ਸਮੇਤ ਇੱਕੇ ਕਮਰੇ ਵਿੱਚ ਸੌਂਦੇ ਨੇ, ਪਾਣੀ ਉਹਨਾਂ ਦੇ ਕਮਰਿਆਂ 'ਚ ਆ ਜਾਂਦਾ ਹੈ। ਸਾਡੀ ਤੈਂਕੀ ਦਰਦਨ ਆਇਆ ਸੇਵਾ ਸੰਸਥਾ ਵੱਲੋਂ ਸਮੁੱਚੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ, ਸਾਡਾ ਜਿੰਨਾ ਹੋ ਸਕਦਾ, ਜਿਵੇਂ ਪਹਿਲਾਂ ਸਹਿਯੋਗ ਦੇ ਰਹੇ ਹੋ ਉਵੇਂ ਵੀ ਦਿਓ, ਕਿਉਂਕਿ ਵੱਡ ਵਰਤ ਕੇ ਅਸੀਂ ਸੇਵਾ ਕਰਦੇ ਹਾਂ। ਕਈ ਇਫੈਕਟ ਨੇ, ਉਹਨਾਂ ਦੀ ਸੇਵਾ ਕਰਨੀ, ਇਸ ਕਰਕੇ ਸੰਸਥਾ ਹੀ ਬੇਨਤੀ ਕਰਦੀ ਕਿ ਵੱਧ ਤੋਂ ਵੱਧ ਤੁਹਾਡਾ ਸਹਿਯੋਗ। ਤੇ ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਨਾ ਬਾਬਾ ਨਿਧਾਨ ਸਿੰਘ ਜੀ ਨੂੰ ਕਿ ਖੀਸਾ ਮੇਰਾ ਤੇ ਹੱਥ ਤੇਰਾ, ਸੰਸਥਾ ਸੇਵਾ ਕਰੇਗੀ, ਖੀਸਾ ਸੰਗਤ ਦਾ ਹੋਵੇਗਾ, ਖੀਸਾ ਗੁਰੂ ਦਾ ਹੋਵੇਗਾ, ਖਜ਼ਾਨਾ ਗੁਰੂ ਦਾ ਹੋਵੇਗਾ। ਹਾਂਜੀ, ਧੰਨਵਾਦ ਜੀ। ਤੁਹਾਡੀ ਅਸੀਂ ਗੱਲ ਕਰਾ ਰਹੇ ਸੀ ਭਾਈ ਭੁਪਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ, ਜਿਹੜੀ ਕਿ ਸੇਵਾ ਸੰਸਥਾ ਸੁਸਾਇਟੀ ਚਲਾ ਰਹੇ ਨੇ ਤੇ ਗਰੀਬਾਂ ਦੀ ਸੇਵਾ ਕਰ ਰਹੇ ਨੇ। ਹੁਣ ਮੈਂ ਤੁਹਾਡੀ ਗੱਲ ਕਰਾਵਾਂਗਾ ਭਾਈ ਮੁਖਤਾਰ ਸਿੰਘ ਜੀ ਨਾਲ, ਉਹਨਾਂ ਦਾ ਜਿਹਨਾਂ ਦੇ ਘਰ ਅੱਜ ਸ਼ੁਰੂ ਹੋ ਗਈ ਹੈ ਸੇਵਾ ਕਰਨੀ। ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਅੱਜ ਕਿੱਦਾਂ ਦਾ ਮਹਿਸੂਸ ਕਰ ਰਹੇ ਨੇ ਜਿਹੜੀ ਉਹਨਾਂ ਦੇ ਅੱਜ ਸੇਵਾ ਸ਼ੁਰੂ ਹੋ ਗਈ ਹੈ। ਹਾਂਜੀ ਭਾਈ ਸਾਹਿਬ ਜੀ, ਅੱਜ ਜਿਹੜੀ ਆ ਸੇਵਾ ਜਿਹੜੀ ਆ ਸੰਸਥਾ ਨੇ ਅੱਜ ਸ਼ੁਰੂ ਕਰ ਦਿੱਤੀ ਆ, ਤੈਂਕੀ ਦਰਦਨ ਆਇਆ ਸੇਵਾ ਸੁਸਾਇਟੀ ਤੁਹਾਡੇ ਘਰ ਅੱਜ ਪਹੁੰਚੀ ਹੈ ਤੇ ਬੋਰ ਕਰਨਾ ਸ਼ੁਰੂ ਕਰ ਦਿੱਤਾ ਹੈ, ਤੁਹਾਡਾ ਘਰ ਬਣਨਾ ਸ਼ੁਰੂ ਹੋ ਗਿਆ ਹੈ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੀਆਂ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ, ਸਤ ਸੰਗਤ ਜੀਓ। ਮੈਂ ਭਾਈ ਮੁਖਤਾਰ ਸਿੰਘ ਜੀ, ਜੋ ਕਾਫੀ ਸਮੇਂ ਤੋਂ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਸੀ ਤੇ ਕੁਝ ਸਮੇਂ ਤੋਂ ਬਾਅਦ 2 ਸਾਲ ਹੋ ਚੁੱਕੇ ਹਨ ਜੋ ਮੇਰੇ ਐਕਸੀਡੈਂਟ ਦੇ ਨਾਲ ਹਾਲਾਤ ਬਹੁਤ ਗੰਭੀਰ ਹਨ ਤੇ ਕੱਲੀ ਬੇਟੀ ਹੈ, ਜੋ ਬੇਟੀ ਆਪਣੇ ਮਾਤਾ ਪਿਤਾ ਦੇ ਸਹਾਰਾ ਲੈ ਕੇ ਆਪਣੇ ਬਾਪ ਦੀ ਸੇਵਾ ਕਰ ਰਹੀ ਹੈ। ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ, ਸਾਧ ਸੰਗਤ ਜੀਓ, ਕੁਝ ਸਮਾਂ ਪਹਿਲਾਂ
ਭਾਈ ਭੁਪਿੰਦਰ ਸਿੰਘ ਜੀ ਉਹਨਾਂ ਨੂੰ ਦਾਸ ਬਾਰੇ ਪਤਾ ਲੱਗਾ ਤੇ ਭਾਈ ਭੁਪਿੰਦਰ ਸਿੰਘ ਜੀ ਉਹਨਾਂ ਵੱਲੋਂ ਦਾਸ ਵੱਲੋਂ ਨੂੰ ਰਾਸ਼ਨ ਦੀ ਸੇਵਾ ਤੇ 500 ਰੁਪਏ ਭੇਟਾ ਕੀਤਾ ਗਿਆ। ਉਸ ਤੋਂ ਬਾਅਦ ਫਿਰ ਇੱਕ ਦਿਨ ਗੰਭੀਰ ਹਾਲਤ ਹੋਣ ਕਰਕੇ ਭਾਈ ਭੁਪਿੰਦਰ ਸਿੰਘ ਉਹਨਾਂ ਨੂੰ ਦਾਸ ਨੇ ਬੇਨਤੀ ਕੀਤੀ, ਭਾਈ ਸਾਹਿਬ ਜੀ ਮੇਰੀ ਹਾਲਤ ਬਹੁਤ ਹੀ ਗੰਭੀਰ ਹੈ। ਤੇ ਦਾਸ ਤੇ ਪਤਾ ਲੈਣ ਵਾਸਤੇ ਭਾਈ ਭੁਪਿੰਦਰ ਸਿੰਘ ਜੀ ਭਾਈ ਮੁਖਤਾਰ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੇ, ਜਿਨ੍ਹਾਂ ਵੱਲੋਂ ਦਾਸ ਦੇ ਗ੍ਰਹਿ ਵਿਖੇ ਅੱਜ ਬੋਰ ਦੀ ਸੇਵਾ ਕੀਤੀ ਜਾ ਰਹੀ ਆ। ਤੇ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ, ਸਾਧ ਸੰਗਤ ਜੀਓ ਇਹੋ ਜਿਹੇ ਗੁਰਮੁਖਾਂ ਪਿਆਰਿਆਂ ਦੀ ਸਹਿਯੋਗ ਦਿੱਤਾ ਜਾਵੇ ਜੋ ਗਰੀਬਾਂ ਨਿਮਾਣਿਆਂ ਦੀ ਦੁਖਿਆਰਿਆਂ ਦੀ ਸੇਵਾ ਕਰ ਰਹੇ ਹਨ। ਇਹੋ ਜਿਹੇ ਗੁਰਮੁਖਾਂ ਪਿਆਰਿਆਂ ਦੀ ਸੇਵਾ ਕੀਤੀ ਜਾਵੇ, ਇਹਨਾਂ ਦਾ ਸਹਾਇਤਾ ਦਿੱਤੀ ਜਾਵੇ ਜੋ ਗਰੀਬਾਂ ਦੀ ਸੇਵਾ ਕਰ ਸਕਣ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇੱਥੇ ਉਹਨਾਂ ਦੀ ਬੇਟੀ ਵੀ ਮੌਜੂਦ ਆ, ਜਿਹਨੇ ਕਿ ਇਸ ਘੜੀ ਦੇ ਵਿੱਚ 2 ਸਾਲ ਆਪਣੇ ਪਾਪਾ ਦੀ ਸੇਵਾ ਬੱਚਿਆਂ ਤੋਂ ਵੱਧ ਕੇ ਬੇਟਿਆਂ ਤੋਂ ਵੱਧ ਕੇ ਕੀਤੀ ਹੈ ਤੇ ਆਪਣੀ ਜੋ ਕਿਰਤ ਕਮਾਈ ਕਰਦੀ ਸੀ ਇੱਕ ਮੈਡੀਕਲ ਦੇ ਲਾਈਨ ਦੇ ਵਿੱਚ ਪ੍ਰਾਈਵੇਟ ਹਸਪੀਟਲ 'ਚ ਜੌਬ ਕਰਕੇ ਉਸ ਦੇ ਨਾਲ ਆਪਣਾ ਘਰ ਦਾ ਖਰਚਾ ਵੀ ਚਲਾਇਆ ਤੇ ਨਾਲ ਹੀ ਆਪਣੇ ਪਾਪਾ ਦੀ ਜਿਹੜੀ ਆ ਉਹ ਮੈਡੀਸਨ ਦੀ ਸੇਵਾ ਵੀ ਕੀਤੀ। ਉਹ ਸਾਡੇ ਨਾਲ ਬੇਟੀ ਮੌਜੂਦ ਆ। ਹਾਂਜੀ ਤਾਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡੇ ਘਰ ਜਿਹੜੇ ਭਾਈ ਭੁਪਿੰਦਰ ਸਿੰਘ ਜੀ ਅੰਮ੍ਰਿਤਸਰ ਵੱਲੋਂ ਆਏ ਨੇ ਤੇ ਉਹਨਾਂ ਨੇ ਤੁਹਾਡੇ ਘਰ ਜਿਹੜਾ ਘਰ ਬਣਨਾ ਸ਼ੁਰੂ ਹੋ ਗਿਆ ਵਾ, ਤੁਹਾਡੀ ਜਿਹੜੀ ਅੱਜ ਬੋਰ ਕਰਨਾ ਸ਼ੁਰੂ ਹੋ ਗਿਆ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੀ ਆਣ ਕੇ ਸਾਰ ਲਈ ਆ, ਮੇਰੇ ਪਾਪਾ ਦੀ ਤੇ ਮੇਰੇ ਪਰਿਵਾਰ ਸਾਰੇ ਦੀ ਸਹਾਇਤਾ ਕਰਨ ਦੀ ਜ਼ਿੰਮੇਵਾਰੀ ਲਈ ਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਦਾ? ਕੀ ਤੁਹਾਡੇ ਵੇਖੋ ਉਹਨਾਂ ਨੇ ਉਹਨਾਂ ਨੇ ਤੁਹਾਡੀ ਸ਼ਾਦੀ ਬਾਰੇ ਵੀ ਕਿਹਾ ਵਾ ਕਿ ਅਸੀਂ ਬੱਚੇ ਦੀ ਜਿਹੜੀ ਵਿਆਹ ਵਾ ਉਹ ਤੁਹਾਡੀ ਇਹ ਬੱਚੀ ਸਾਡੀ ਸੰਸਥਾ ਦੀ ਬੇਟੀ ਆ, ਇਹ ਮੁਖਤਾਰ ਸਿੰਘ ਦੀ ਬੇਟੀ ਨਹੀਂ, ਇਹ ਸਾਡੀ ਬੇਟੀ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਅਜੇ ਫਿਲਹਾਲ ਤੇ ਆਪਣੀ ਪੜ੍ਹਾਈ ਕਰਨਾ ਚਾਹੁੰਦੀ ਹਾਂ, ਆਪਣੇ ਪੈਰਾਂ ਤੇ ਸਟੈਂਡ ਹੋਣਾ ਚਾਹੁੰਦੀ ਹਾਂ। ਉਸ ਤੋਂ ਬਾਅਦ ਅਜੇ ਮੈਂ ਮੈਰਿਜ ਬਾਰੇ ਕੁਛ ਨਹੀਂ ਸੋਚਿਆ ਕਿ ਆਪਣੀ ਪੈਰਾਂ ਤੇ ਖਲੋ ਕੇ ਤੇ ਆਪਣੇ ਪਰਿਵਾਰ ਦੀ ਪਹਿਲਾਂ ਸਹਾਇਤਾ ਕਰਾਂਗੀ। ਉਹਨਾਂ ਦੇ ਸਾਰੇ ਮਤਲਬ ਕਿ ਜਿੰਨਾ ਕਰਜ਼ਾ ਸਾਰਾ ਲਾ ਕੇ ਫਿਰ ਮੈਰਿਜ ਬਾਰੇ ਤੁਸੀਂ ਵੇਖ ਰਹੇ ਹੋ ਕਿ ਕਿੱਡੇ ਵਧੀਆ ਵਿਚਾਰ ਨੇ ਬੱਚੀ ਦੇ, ਜਿੱਥੇ ਉਹ ਕਹਿ ਰਹੀ ਹੈ ਕਿ ਪਹਿਲਾਂ ਮੈਂ ਆਪਣੇ ਪਾਪਾ ਦਾ ਜਿਹੜਾ ਬਣਿਆ ਹੋਇਆ ਕਰਜ਼ਾ ਲਾਵਾਂਗੀ ਅਤੇ ਫਿਰ ਜਿਹੜੀ ਆ ਮੈਂ ਆਪਣੀ ਜਿਹੜੀ ਆ ਕੋਈ ਆਪਣੀ ਮੈਰਿਜ ਬਾਰੇ ਸੋਚਾਂਗੀ। ਪਹਿਲਾਂ ਆਪਣੇ ਪਾਪਾ ਨੂੰ ਸਟੈਂਡ ਕਰਾਂਗੀ, ਆਪਣੇ ਘਰ-ਬਾਰ ਨੂੰ ਸਾਰਾ ਸਹੀ ਕਰਕੇ ਫਿਰ ਕਰਾਂਗੀ। ਤੁਸੀਂ ਵੇਖ ਰਹੇ ਹੋ ਕਿ ਇਹ ਭਾਈ ਭੁਪਿੰਦਰ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਦਾ ਕਿੱਡਾ ਵੱਡਾ ਸਹਿਯੋਗ ਹੈ, ਸੰਸਥਾਵਾਂ ਦਾ ਕਿੱਡਾ ਵੱਡਾ ਸਹਿਯੋਗ ਆ। ਉੱਥੇ ਜਿੱਥੇ ਕਿ ਸਾਡੀ SGPC ਨੂੰ ਵੱਡੇ ਪੱਧਰ ਤੇ ਆਣ ਕੇ ਇਹ ਜਿਹੜੀਆਂ ਸੇਵਾਵਾਂ ਨਿਭਾਉਣੀਆਂ ਚਾਹੀਦੀਆਂ ਸੀ, ਪਰ ਜਿਹੜੀਆਂ ਪ੍ਰਾਈਵੇਟ NGO ਨੇ, ਜਿਹੜੀਆਂ ਪ੍ਰਾਈਵੇਟ ਸੰਸਥਾ ਨੇ, ਉਹ ਆਣ ਕੇ ਸੇਵਾ ਨਿਭਾ ਰਹੀਆਂ ਨੇ, ਪਰ ਸਾਡੀ SGPC ਸਾਨੂੰ ਕਿਤੇ ਦਿਖ ਨਹੀਂ ਰਹੀ, ਜਿਹੜੀ ਕਿ ਸਾਡੀ ਸਰਮੌਰ ਜਥੇਬੰਦੀ ਆ, ਜਿਹੜੀ ਕਿ ਸਾਡੀ ਦੇਖ ਰੇਖ ਕਰ ਸਕਦੀ ਹੈ, ਸਿੱਖਾਂ ਦੀ ਜਿਹਨੇ ਪਾਲਣ ਪੋਸ਼ਣ ਕਰਨਾ ਆ, ਪਰ ਉਹ ਸਾਨੂੰ ਕਿਤੇ ਦਿਖ ਨਹੀਂ ਰਹੀ। ਤੁਸੀਂ ਵੇਖੋ ਇਹ ਤੁਹਾਨੂੰ ਸੋਚਣਾ ਪਏਗਾ, ਕਿਉਂਕਿ ਸਾਰੀ ਜਥੇਬੰਦੀਆਂ ਨੂੰ ਵੱਧ ਚੜ ਕੇ ਚਾਹੀਦਾ, ਕਿਉਂਕਿ ਜਿੱਥੇ ਜਿੱਥੇ ਵੀ ਅਸੀਂ ਸੇਵਾਵਾਂ ਨਿਭਾ ਰਹੇ ਹਾਂ ਬੜੇ ਵੱਡੇ ਪੱਧਰ ਤੇ ਸਾਨੂੰ ਨਿਭਾਉਣੀਆਂ ਚਾਹੀਦੀਆਂ, ਕਿਉਂਕਿ ਜਿੰਨੇ ਵੀ ਪਾਠੀ ਸਿੰਘ ਨੇ ਇਹ ਗੁਰੂ ਸਾਹਿਬ ਜੀ ਦੀ ਇੱਕ ਦਿੱਤੀ ਹੋਈ ਦੇਣ ਆ, ਜਿਹਦੇ ਨਾਲ ਸਾਨੂੰ ਸਿੱਖਿਆ ਮਿਲਦੀ ਆ। ਇਹੀ ਪਾਠੀ ਸਿੰਘ ਨਾ ਹੋਣ ਤੇ ਅੱਜ ਅਸੀਂ ਬਾਣੀ ਤੋਂ ਬੜੇ ਵਾਂਝੇ ਰਹਿ ਜਾਾਂਗੇ, ਕਿਉਂਕਿ ਇਹਨਾਂ ਨੇ ਹੀ ਅਖੰਡ ਪਾਠ ਸਾਹਿਬ ਕਰਨੇ ਹੁੰਦੇ ਆ, ਇਹਨਾਂ ਨੇ ਹੀ ਤੁਹਾਨੂੰ ਗਿਆਨ ਦੇਣਾ ਹੁੰਦਾ ਆ ਸਾਰਿਆਂ ਨੂੰ ਸਾਨੂੰ। ਪਰ ਇਸ ਵਾਸਤੇ ਸਾਨੂੰ ਵੱਧ ਤੋਂ ਵੱਧ ਚੜ ਕੇ ਚਾਹੀਦਾ ਕਿ ਅਸੀਂ ਇਹਨਾਂ ਦੀ ਹੈਲਪ ਕਰੀਏ, ਵੱਡੇ ਪੱਧਰ ਤੇ ਗਾਂਹ ਹੋ ਕੇ ਇਹਨਾਂ ਦੀ ਸੇਵਾਵਾਂ ਕਰੀਏ, ਇਹਨਾਂ ਦਾ ਸਹਿਯੋਗ ਦਈਏ। ਜਿੱਥੇ ਅਸੀਂ ਗੱਲ ਕਰੀਏ ਭਾਈ ਭੁਪਿੰਦਰ ਸਿੰਘ ਜੀ ਖਾਲਸਾ ਜੀ, ਤੇ ਸਾਨੂੰ ਉਹਨਾਂ ਦਾ ਵੀ ਸਹਿਯੋਗ ਦੇਣਾ ਚਾਹੀਦਾ ਆ, ਕਿਉਂਕਿ ਉਹ ਬੜੀਆਂ ਵੱਡੀਆਂ ਸੇਵਾਵਾਂ ਨਿਭਾ ਰਹੇ ਨੇ ਅਤੇ ਉਹਨਾਂ ਸੇਵਾਵਾਂ ਦੇ ਚੱਲਦਿਆਂ ਹੀ ਇਹਨਾਂ ਪਾਠੀ ਸਿੰਘਾਂ ਦਾ ਜਿਹੜਾ ਸਹਿਯੋਗ ਕੀਤਾ ਜਾ ਰਿਹਾ ਵਾ। ਇਦਾਂ ਹੀ ਤੁਸੀਂ ਜੁੜੇ ਰਹੋ ਪ੍ਰਾਈਮ ਉਹਦੇ ਦੇ ਨਾਲ, ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਅਜੇ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।